ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੀ ਗੁਰ ਹਿਤ ਅਬ ਤਜਹਿ ਸ਼ਰੀਰ, ਮਾਰਨ ਮਰਨ ਤਰਹਿ ਰਣਬੀਰ। ਜੇ ਗੁਰ ਹਿਤ ਅਬ ਤਜਹਿ ਸ਼ਰੀਰ, ਮਾਰਨ ਮਰਨ ਤਰਹਿ ਰਣਬੀਰ। ਸਤਨਾਮ ਸ੍ਰੀ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲ ਜੈਸੇ ਕੇਸੋਂ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, बर कविउन जैसे खेत में न तान है। जैसे बिन दीपक पवन अंधकार होत, लोन कृत बिन जैसे भोजन समान है। तैसे बिन साध संगत जन्म मरण दुख, मिटत न भ्रम भय बिन गुर ज्ञान है। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੋਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਬਾਤ ਬਾਦਸ਼ਾਹ ਔਰੰਗਜ਼ੇਬ ਦੇ ਪਰਵਾਨਿਆਂ ਨੂੰ ਪੜ੍ਹਨ ਸਾਰ ਹੀ ਜਿਹੜਾ ਹੈ ਸਰਹੰਦ ਦਾ ਸੂਬਾ ਵਜ਼ੀਰ ਖਾਨ, ਇਹਨੇ ਵੀ ਆਪਣੀ ਤਿਆਰੀ ਕਰ ਲਈ ਹੈ। ਦੂਸਰੇ ਸਾਈਡ 'ਤੇ ਜਿਹੜਾ ਲਾਹੌਰ ਦਾ ਸੂਬਾ ਜ਼ਬਰਦਸਤ ਖਾਨ, ਉਹਦੇ ਕੋਲ ਵੀ ਇਹ ਜਿਹੜੇ ਪਰਵਾਨੇ ਬਾਦਸ਼ਾਹ ਔਰੰਗਜ਼ੇਬ ਦੇ ਲਿਖੇ ਹੋਏ ਪਹੁੰਚ ਚੁੱਕੇ ਸਨ। ਜਿਵੇਂ ਜਿਵੇਂ ਸੰਗਤਾਂ ਨੂੰ ਵੀ ਇਸ ਵਾਰਤਾ ਦੇ ਬਾਰੇ ਪਤਾ ਲੱਗੀ ਜਾਂਦਾ ਸੀ ਵੀ ਇਹ ਜਿਹੜੀਆਂ ਸ਼ਾਹੀ ਫੌਜਾਂ ਇਹਨਾਂ ਸੂਬਿਆਂ ਦੇ ਨਾਲ ਮਿਲ ਕੇ ਦਸ਼ਮੇਸ਼ ਪਿਤਾ ਦੇ ਉੱਪਰ ਤਾਂ ਚੜ੍ਹਾਈ ਕਰਕੇ ਜਾ ਰਹੇ ਹਨ। ਉਹਨਾਂ ਰਸਤਿਆਂ ਦੇ ਵਿੱਚ ਵੀ ਜਿੱਥੋਂ ਦੀ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਕੁਰਬਲ ਕਰਦੀਆਂ ਹੋਈਆਂ ਫੌਜਾਂ ਲੰਘਦੀਆਂ, ਆਲੇ ਦੁਆਲੇ ਆਟੋਮੈਟਿਕ ਹੀ ਇਹ ਜਿਹੜੀ ਖਬਰ ਦੂਰ ਤੱਕ ਲੋਕਾਂ ਦੇ ਵਿੱਚ ਵੀ ਫੈਲ ਜਾਂਦੀ ਸੀ। ਸਰਹੰਦ ਸ਼ਹਿਰ ਦੇ ਵਿੱਚ ਰਹਿਣ ਵਾਲੇ ਪ੍ਰੇਮੀਆਂ ਨੇ ਆਪਣੇ ਵੱਲੋਂ ਇੱਕ ਜਿਹੜੀ ਪੱਤਰਕਾ ਲੈ ਕਰਕੇ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚ ਭੇਜ ਦਿੱਤੀ। ਗਰੀਬਾਂ ਨਵਾਜ਼ ਸੱਚੇ ਪਾਤਸ਼ਾਹ ਆਪ ਸਰਬਾਗੋ ਅੰਤਰ ਜਾਮੀ ਹੋ, ਤਿੰਨੇ ਕਾਲਾਂ ਦੀ ਜਾਣਨ ਵਾਲੇ ਵੀ ਹੋ, ਪਰ ਜੋ ਇੱਕ ਸਾਡਾ ਸੇਵਕ ਦਾਸ ਹੋਣ ਦੇ ਨਾਤੇ
ਫਰਜ਼ ਵੀ ਬਣਦਾ ਹੈ। ਜਿਹੜੀ ਖਬਰ ਸਾਨੂੰ ਮਿਲੀ ਉਹ ਅਸੀਂ ਇਹ ਚਿੱਠੀ ਪੱਤਰਕਾ ਦੇ ਵਿੱਚ ਲੈ ਕਰਕੇ ਭੇਜ ਦਿੱਤੀ ਹੈ। ਭੀਮ ਚੰਦ ਨੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਦੋਂ ਕੀਤੀਆਂ ਪੁਕਾਰਾਂ ਸੁਣ ਕਰਕੇ ਉਹਨੇ ਆਪਣੇ ਵੱਲੋਂ ਜਿਹੜੇ ਹੁਕਮ ਵੱਡੇ ਵੱਡੇ ਨਵਾਬਾਂ ਦੇ ਪਾਸ ਭੇਜ ਦਿੱਤੇ ਹਨ। ਅਜੇ ਚਿੱਠੀ ਸਤਿਗੁਰੂ ਜੀ ਪਰੇ ਦਰਬਾਰ ਦੇ ਵਿੱਚ ਪੜ੍ਹਾ ਹੀ ਰਹੇ ਸਨ। ਉੱਧਰੋਂ ਫਿਰ ਲਾਹੌਰ ਸ਼ਹਿਰ ਤੋਂ ਵੀ ਗੁਰਮੁਖਾਂ ਨੇ ਜਿਹੜੀ ਖਬਰ ਲੈ ਕਰਕੇ ਆਪਣੇ ਵੱਲੋਂ ਭੇਜ ਦਿੱਤੀ। ਦਸ਼ਮੇਸ਼ ਪਿਤਾ ਨੇ ਵੀ ਉਸ ਵਕਤ ਆਪਣੇ ਖਾਲਸੇ ਨੂੰ ਬਹੁਤ ਵੱਡਾ ਇੱਕ ਮਹਾਨ ਜੰਗ ਕਰਨ ਦੇ ਲਈ ਤਿਆਰ ਕਰ ਦਿੱਤਾ ਸੀ। ਰੋਜ਼ਾਨਾ ਹੀ ਦੀਨ ਦੁਨੀਆ ਦੇ ਮਾਲਕ ਬੜੇ ਹੋ ਜੇ ਵੀਰਾਂ ਦੇ ਬਚਨ ਵੀ ਸੁਣਾਇਆ ਕਰਦੇ ਸੀ। ਜਿਨ੍ਹਾਂ ਜਿਨ੍ਹਾਂ ਨੇ ਬਚਨ ਸੁਣੇ ਕੰਨਾਂ ਦੇ ਨਾਲ, ਉਹਨਾਂ ਦੇ ਮਨ ਦੇ ਵਿੱਚੋਂ ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੈ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ, ਬੋਰ ਨਾ ਮਰਨਾ ਹੋਏ। ਇਹੋ ਜਿਹੀ ਮੌਤ ਨੂੰ ਫਿਰ ਉਹ ਖਿੜੇ ਮੱਥੇ ਪ੍ਰਵਾਨ ਕਰਨ ਦੇ ਲਈ ਤਿਆਰ ਬਰ ਤਿਆਰ ਹੋ ਜਾਂਦੇ ਸਨ। ਉਸੇ ਵਕਤ ਸਤਿਗੁਰੂ ਜੀ ਨੇ ਆਪਣੇ ਯੋਧੇ ਸੂਰਮਿਆਂ 'ਚ ਜੋ ਸ਼ਸਤਰ ਵਗੈਰਾ ਵਰਤਾ ਦਿੱਤੇ। ਦੀਵਾਲੀ ਦਾ ਜੋੜ ਮੇਲਾ ਹੋਣ ਕਰਕੇ ਉਸ ਬਹੁਤ ਸਾਰੇ ਜਿਹੜੇ ਪ੍ਰੇਮੀ ਉਹਨਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਤਿਆਰੀਆਂ ਕਰ ਲਈਆਂ ਵੀ 4 ਦਿਨ ਜਿਉਂ ਕਰਕੇ ਆਪਾਂ ਨੇ ਲੈਣਾ ਕੀ ਹੈ। ਜਿਹੜੀਆਂ ਪਦਵੀਆਂ ਇਹ ਜੋਗੀ ਜਨਾਂ ਨੂੰ ਨਹੀਂ ਪ੍ਰਾਪਤ ਹੁੰਦੀਆਂ, ਜਦੋਂ ਸਤਿਗੁਰੂ ਜੀ ਦੀ ਰਹਿਮਤ ਕਿਰਪਾ ਹੋ ਗਈ ਇਸ ਮਾਨ ਜੰਗ ਦੇ ਵਿੱਚ ਆਪਾਂ ਨੂੰ ਜਿਹੜੇ ਦੋਵੇਂ ਲੋਕਾਂ ਦੇ ਸੁਖ ਪ੍ਰਾਪਤ ਹੋ ਜਾਣੇ ਹਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੇ ਗੁਰ ਹਿਤਿ ਅਬ ਤਜਹ ਸ਼ਰੀਰ। ਉਸ ਸਮੇਂ ਜੋਧੇ ਸੂਰਮੇ ਸੋਚਣ ਲੱਗੇ ਵੀ ਜੇ ਸਾਡਾ ਸਰੀਰ ਇਹੋ ਜਿਹੇ ਧਰਮ ਜੁਗਤ ਦੇ ਵਿੱਚ ਕੁਰਬਾਨ ਵੀ ਹੋ ਜਾਵੇਗਾ, ਮਾਰਨ ਮਰਨ ਤਰਹ ਰਨ ਵੀਰ। ਹੁਣ ਜਿਨ੍ਹਾਂ ਨੇ ਮਾਰਨ ਤੇ ਮਰਨਾ ਤਾਂ ਮਨ ਦੇ ਅੰਦਰ ਧਾਰਨ ਕੀਤਾ ਹੋਇਆ ਸੀ ਵੀ ਉਹਨਾਂ ਨੂੰ ਦੋਵੇਂ ਲੋਕਾਂ ਦੇ ਜਿਹੜੇ ਸੁੱਖ ਸੁਤੇ ਸਿੱਧ ਪ੍ਰਾਪਤ ਹੋ ਜਾਣੇ ਹਨ। ਸਤਿਗੁਰ ਹੋਏ ਪਰਲੋਕ ਸਹਾਈ। ਜਿਹੜਾ ਵੀ ਸ਼ਹੀਦ ਹੋ ਗਿਆ ਉਹਦੇ ਉੱਪਰ ਤਾਂ ਫਿਰ ਸਤਿਗੁਰੂ ਜੀ ਦੀ ਬੜੀ ਕਿਰਪਾ ਰਹਿਮਤ ਆਪਣੇ ਆਪ ਹੀ ਹੋ ਜਾਣੀ ਹੈ। ਫਿਰ ਉੱਚ ਪਦਵੀ ਕੋ ਪਾਈ। ਉਹਨਾਂ ਨਾਲ ਜੋਧੇ ਸੂਰਮਿਆਂ ਨੇ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਕਰ ਲੈਣੀਆਂ ਹਨ। ਕੀਚਿਤ ਕਰ ਔਰ ਹਰਖ ਮਹਾਨੀ। ਕਈਆਂ ਦੇ ਮਨ ਦੇ ਵਿੱਚ ਤਾਂ ਬੜੇ ਚਾਅ ਬੜੀਆਂ ਖੁਸ਼ੀਆਂ ਪੈਦਾ ਹੋ ਗਈਆਂ ਸਨ। ਕੀਨੇ ਆਪਣਾ ਕੇਸਰੀ ਬਾਨੇ। ਹੁਣ ਇਤਨਾ ਵੱਡਾ ਮਹਾਨ ਜੰਗ ਦਾ ਨਾਮ ਸੁਣ ਕੇ ਜੋਧੇ ਸੂਰਮਿਆਂ ਨੇ ਫਿਰ ਕੇਸਰੀ ਬਾਣੇ ਸਰੀਰ ਦੇ ਉੱਪਰ ਧਾਰਨ ਕਰ ਲਏ ਸੀ। ਕਿਨਹੋ ਤਿਲਾਨਾ ਅਰੁਣ ਸ਼ਰੀਰ। ਕਈਆਂ ਨੇ ਜਿਹੜੇ ਸੁਰਮੇ ਰੰਗ ਦੇ ਵਸਤਰ ਜਿਸਮਾਂ ਦੇ ਉੱਪਰ ਪਾ ਲਏ ਹਨ। ਜੂਜਨ ਜੰਗ ਧਰੇ ਤਨ ਚੀਰ। ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਇਹੋ ਜਿਹਾ ਜਿਹੜਾ ਸੂਰਮਿਆਂ ਵਾਲਾ ਬਾਣਾ ਉਹਨਾਂ ਨੇ ਪਹਿਲਾਂ ਹੀ
ਧਾਰਨ ਕਰ ਲਿਆ। 4 ਦਿਵਸ ਕਿਆ ਜਗ ਮਹਿ ਜੀਵਨ। ਸੋਚਿਆ ਵੀ 4 ਕੁ ਦਿਨਾਂ ਦੀ ਜ਼ਿੰਦਗੀ ਹੈ ਸੰਸਾਰ ਦੇ ਅੰਦਰ, ਇਦੋਂ ਦਾ ਆਪਾਂ ਸ਼ਹੀਦੀ ਪ੍ਰਾਪਤ ਕਰਕੇ ਵੱਡੀਆਂ ਵੱਡੀਆਂ ਜਿਹੜੀਆਂ ਪਦਵੀਆਂ ਹਾਸਲ ਕਰ ਲੈਣੀਆਂ ਹਨ। ਕਿਉ ਨਾ ਲੇਹ ਪਦ ਆਨੰਦ ਤੀਵਨ। ਇਹੋ ਜੀ ਪਦਵੀ ਆਨੰਦ ਨੂੰ ਦੇਣ ਵਾਲੀ ਫਿਰ ਆਪਾਂ ਕਿਉਂ ਨਾ ਪ੍ਰਾਪਤ ਕਰ ਲਈਏ। ਪਿਖੋ ਮਹਾਭਾਰਤ ਕੀ ਰਾਜੀ। ਦੇਖੋ ਮਹਾਭਾਰਤ ਦੇ ਯੁੱਧ ਦੇ ਵਿੱਚ ਕਿਤਨੇ ਰਾਜੇ ਮਹਾਰਾਜਿਆਂ ਨੇ ਵੀ ਆਪਣੇ ਸਰੀਰ ਤਿਆਗ ਦਿੱਤੇ ਸੀ। ਵਾਂਚਿਤ ਸੁਰਗ ਲਰੀ ਕੁਲ ਲਾਜੀ। ਜਿਨ੍ਹਾਂ ਦੇ ਮਨ ਦੇ ਵਿੱਚ ਸੁਰਗਾਂ ਦੀ ਇੱਛਾ ਹੋਈ ਉਹ ਫਿਰ ਮਰਨ ਤੋਂ ਬਾਅਦ ਸਿੱਧੇ ਇੰਦਰਲੋਕ ਦੇ ਵਿੱਚ ਪਹੁੰਚ ਗਏ ਸਨ। ਨਿਰਸੰਸ ਸੁਰਲੋਕ ਸਿਧਾਰੀ। ਬਿਨਾਂ ਸੰਸ਼ੈ ਤੋਂ ਜਿਨ੍ਹਾਂ ਨੇ ਵੀ ਕੁਰਬਾਨੀ ਕੀਤੀ ਉਹਨਾਂ ਨੂੰ ਫਿਰ ਸੁਰਗਾਂ ਦੀ ਪ੍ਰਾਪਤੀ ਹੋਈ ਹੈ। ਜਨਮ ਮਰਨ ਕੀ ਕਸ਼ਟ ਨਿਵਾਰੀ। ਜਿਹੜੇ ਨੇ ਨਿਸ਼ਕਾਮ ਉਹ ਤਾਂ ਫਿਰ ਆਪਣੇ ਜਨਮ ਮਰਨ ਦੇ ਦੁੱਖਾਂ ਨੂੰ ਹੀ ਕੱਟ ਲੈਂਦੇ ਹਨ। ਕਹਾਂ ਜਗਤ ਸੁਖ ਦਵੈ ਦਿਨ ਕੇਰਾ। ਜਿਹੜੇ ਨੇ ਗੌਰ ਸਿੱਖ ਉਹਨਾਂ ਦੇ ਮਨ ਦੇ ਵਿੱਚ ਇਹੋ ਜਿਹੀਆਂ ਸ਼ੁਭ ਵਿਚਾਰਾਂ ਪੈਦਾ ਹੋ ਗਈਆਂ ਵੀ ਇਹ ਜਿਹੜੇ ਦੁਨਿਆਵੀ ਸੁੱਖ ਤਾਂ ਨਾਸਵੰਤ ਹਨ। ਨਿਸ਼ਚੈ ਮਰਨ ਅੰਤ ਕੀ ਬੇਰਾ। ਅਖੀਰ ਨੂੰ ਮਰਨਾ ਤਾਂ ਇੱਕ ਦਿਨ ਸਾਰਿਆਂ ਨੂੰ ਹੀ ਪੈਣਾ ਹੈ। ਪਰ ਕਰ ਮੰਚ ਪ੍ਰਾਨ ਕੋ ਤਿਆਗਨ। ਹੁਣ ਜਿਹੜੇ ਐਵੇਂ ਮੰਜਿਆਂ ਤੇ ਨਾ ਪੈ ਕੇ ਆਪਣੇ ਹੱਡਾਂ ਨੂੰ ਰਗੜਾਉਂਦੇ ਹੋਇਆ ਮਰਦੇ ਹਨ। ਆਜੁਦ ਧਾਰੀ ਤਿਹ ਵੱਡ ਭਾਗ ਨਾਮ। ਉਹਨਾਂ ਦੇ ਕੋਈ ਚੰਗੇ ਭਾਗ ਤਾਂ ਹੁੰਦੇ ਨਹੀਂ ਵੀ ਬੜਾ ਦੁੱਖ ਭੋਗਣ ਤੋਂ ਬਾਅਦ ਜਿਨ੍ਹਾਂ ਦੇ ਪ੍ਰਾਣ ਨਿਕਲਦੇ ਹਨ। ਪਰ ਜਿਨ੍ਹਾਂ ਨੇ ਇਹੋ ਜਿਹੀ ਜਿਹੜੀ ਮੌਤ ਪਹਿਲਾਂ ਹੀ ਕਬੂਲ ਕਰ ਲਈ ਆ ਉਹਨਾਂ ਦੇ ਕਿਤਨੇ ਵੱਡੇ ਭਾਗ ਨੇ, ਕੋਈ ਦੁੱਖ ਨਹੀਂ ਤਕਲੀਫ ਨਹੀਂ। ਹੁਣ ਕਈ ਤਾਂ ਵਿਚਾਰੇ 17 ਸਾਲ ਮੰਜਿਆਂ ਤੇ ਪੈ ਕੇ ਦੁਖੀ ਭੋਗਦੇ ਰਹਿੰਦੇ ਹਨ। ਰੁਕ ਹੈ ਕੰਠ ਕਾਪਤੀ ਦੁਖ ਪਾਵੇ। ਜਦੋਂ ਹੋ ਗਈ ਬਿਰਧ ਅਵਸਥਾ ਤੇ ਕਈਆਂ ਦੇ ਬਲਗ ਦੇ ਨਾਲ ਗਲੇ ਵੀ ਰੁਕ ਜਾਂਦੇ ਹਨ। ਪਰਿਵਾਰ ਵੀ ਬੁੜਿਆਂ ਨੂੰ ਦੇਖ ਕਰਕੇ ਬੜਾ ਤੰਗ ਹੋ ਜੂ ਵੀ ਇਹ ਪੈਣੇ ਨਹੀਂ ਦਿੰਦਾ, ਸਾਰੀ ਰਾਤ ਖਾਉ ਕਰੀ ਜਾਂਦਾ ਹੈ। ਵੀ ਜੇ ਵੱਡੀ ਉਮਰ ਦੇ ਵਿੱਚ ਬਲਗਮ ਦੇ ਨਾਲ ਗਲਾ ਖਰਾਬ ਹੋ ਗਿਆ ਫਿਰ ਵੀ ਬੜੇ ਦੁੱਖ ਭੁਗਤਣੇ ਪੈਂਦੇ ਹਨ। ਅਜ ਮੂਤਰ ਮਲ ਨਹੀਂ ਨਹਾਵੇ। ਕਈਆਂ ਦੀ ਜਿਹੜੀ ਸਰੀਰ ਦੀ ਕਿਰਿਆ ਜਦੋਂ ਹੁਣ ਵਸਤਰਾਂ ਦੇ ਵਿੱਚ ਆਉਣ ਲੱਗ ਪਈ ਉੱਥੇ ਫਿਰ ਇਸ਼ਨਾਨ ਕਰਨ ਦਾ ਤਾਂ ਉੱਠ ਕਰਕੇ ਕਦੇ ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਵੀ ਜਿਹੜੇ ਵਿਚਾਰੇ ਬੱਚੇ ਹੀ ਆਪਣੇ ਵਸਤਰਾਂ ਦੇ ਸਾਰੀ ਕਿਰਿਆ ਕਰਨ ਲੱਗ ਜਾਂਦੇ ਹਨ। ਵਿਆਦ ਵਿਵਿਧ ਵਿਦ ਤਨ ਉਪਜਾਈ। ਕਈਆਂ ਦੇ ਜਿਸਮਾਂ ਦੇ ਵਿੱਚ ਬੜੀਆਂ ਜਦੋਂ ਭਿਆਨਕ ਬਿਮਾਰੀਆਂ ਪੈਦਾ ਹੋ ਗਈਆਂ ਉਹ ਤਾਂ ਫਿਰ ਜਿਉਂਦਾ ਜੀ ਇਹ ਨਰਕਾਂ ਦੇ ਸਮਾਨ ਹੀ ਬੜਾ ਕਾਟ ਭੋਗਣ ਲੱਗ ਜਾਂਦੇ ਹਨ। ਬਰਖਨ ਮਾਸਨ ਦਿਨ ਦੁਖ ਪਾਈ। ਇਹੋ ਜਿਹੇ ਜਿਹੜੇ ਖੋਟੇ ਕਰਮਾਂ ਵਾਲੇ ਪ੍ਰਾਣੀ ਕੋਈ ਮਹੀਨੇ ਅਵਧੀ ਤੇ ਬਹੁਤੇ ਸਾਲਾਂ ਵਧੀ ਵੀ ਇਹ ਮੰਜਿਆਂ ਦੇ ਉੱਪਰ ਪੈ ਕਰਕੇ ਮਸਾ ਫਿਰ ਉਹਨਾਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦੇ ਹਨ। ਅਤ ਸੰਕਟ ਤੀ ਛੂਟ ਹੈ ਪ੍ਰਾਨ। ਮਸਾ ਬੜਾ ਦੁੱਖ ਭੋਗਦੇ ਹੋਇਆ ਉਹਨਾਂ ਦੀ ਜਿਹੜੀ ਜਾਨ ਸਰੀਰਾਂ ਦੇ ਵਿੱਚੋਂ ਨਿਕਲਦੀ ਹੈ। ਪਰ ਜਿਹੜੇ ਇੱਥੇ ਹੁਣ ਸ਼ਹੀਦ ਹੋ ਜਾਣੇ ਹਨ ਉਹਨਾਂ ਨੂੰ ਅਖੀਰ ਦੇ ਟਾਈਮ 'ਤੇ ਕੋਈ ਵੀ ਇਹੋ ਜਿਹੀ ਪੀੜਾ ਨਾ ਕੋਈ ਸਰੀਰਾਂ ਦੇ ਉੱਪਰ ਤਕਲੀਫ ਹੀ ਨਹੀਂ ਚੱਲਣੀ ਪਵੇਗੀ। ਨਿਸ਼ਚੈ ਬਨੈ ਦੇਹ ਕੀ ਹਾਨ। ਉਹ ਸਮੇਂ ਗੁਰ ਸਿੱਖ ਸੋਚਣ ਲੱਗ ਵੀ ਸਮਾਂ ਆਏ ਤੋਂ ਇਹ ਸਰੀਰ ਨੇ ਇੱਕ ਦਿਨ ਤਾਂ ਫਿਰ ਵੀ ਨਾਸ ਹੋ ਹੀ ਜਾਣਾ ਹੈ। ਜਾਂਤੀ ਜੰਗ ਵੀਰਤਾ ਕਰਕੇ।
ਇਸ ਕਰਕੇ ਉਹਨਾਂ ਦੇ ਮਨ ਦੇ ਅੰਦਰ ਬੜੀ ਵੀਰਤਾ, ਬੜਾ ਜਿਹੜਾ ਉਤਸ਼ਾਹ ਯੁੱਧ ਕਰਨ ਦੇ ਲਈ ਵੱਧ ਚੁੱਕਿਆ ਸੀ। ਦੇਹ ਚਿਨਕ ਮਹਿ ਪ੍ਰਾਨ ਨਿਕਰ ਕੇ। ਵੀ ਇੱਥੇ ਤਾਂ ਸਾਤਰ ਚਲਾਉਂਦੇ ਇੱਕ ਛਿੰਦੇ ਵਿੱਚ ਹੀ ਸਾਡੇ ਜਿਹੜੇ ਪ੍ਰਾਣ ਜਿਸਮਾਂ ਦੇ ਵਿੱਚੋਂ ਨਿਕਲ ਜਾਣੇ ਹਨ। ਅਟਲ ਆਨੰਦ ਬਿਲੰਦ ਪਾਈ। ਜਿਨ੍ਹਾਂ ਨੇ ਨਿਸ਼ਕਾਮ ਹੋ ਕਰਕੇ ਸ਼ਹੀਦੀ ਪ੍ਰਾਪਤ ਕਰ ਲਈ, ਉਹ ਫਿਰ ਇਹੋ ਜਿਹੇ ਅਟਲ ਸੁੱਖਾਂ ਦੇ ਵਿੱਚ ਸਦਾ ਦੇ ਲਈ ਸਮਾ ਜਾਣੇ ਹਨ। ਸ੍ਰੀ ਸਤਿਗੁਰ ਕੀ ਚਰਨ ਸਮਾਈ। ਉਹਨਾਂ ਦਾ ਜਿਹੜਾ ਬਾਸਾ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਸਦਾ ਦੇ ਲਈ ਹੋ ਜਾਣਾ ਹੈ। ਮੁਕਤ ਲਿਹੀ ਜੋਧਾ ਨਿਸ਼ਕਾਮੀ। ਨਿਸ਼ਕਾਮੀ ਜੋਧੇ ਸੂਰਮਿਆਂ ਨੂੰ ਤਾਂ ਫਿਰ ਇਹੋ ਜੀ ਜਿਹੜੀ ਮੁਕਤੀ ਪ੍ਰਾਪਤ ਹੋ ਜਾਣੀ ਹੈ। ਵਾਂਛਤ ਸੁਖ ਪ੍ਰਾਪਤ ਸਹਿ ਕਾਮੀ। ਜਿਹੜੇ ਨੇ ਸਹਿਕਾਮ, ਉਹਨਾਂ ਨੂੰ ਫਿਰ ਰਾਜ ਭਾਗ ਜਾਂ ਫਿਰ ਸੁਰਗ ਪ੍ਰਾਪਤ ਹੋ ਜਾਣੇ ਹਨ। ਇਹ ਤੋਂ ਸਦਾ ਵਰਤ ਗੁਰ ਲਾਇਓ। ਇਹ ਤਾਂ ਦਸ਼ਮੇਸ਼ ਪਿਤਾ ਨੇ ਸਾਡੇ ਲਈ ਇਹ ਦੋਵੇਂ ਲੋਕਾਂ ਦਾ ਨਾ ਇੱਕ ਬਹੁਤ ਵੱਡਾ ਜਾਗੀ ਬਾਤਲ ਦੀ ਧਰਤੀ ਦੇ ਉੱਪਰ ਲਗਾ ਦਿੱਤਾ ਹੈ। ਲੜੀ ਜੰਗ ਤਿੰਨ ਨਿਸ਼ਚੈ ਪਾਇਓ। ਹੁਣ ਜਿਹੜੇ ਯੁੱਧ ਕਰਨਾ ਚਾਹੁੰਦੇ ਹਨ, ਉਹਨਾਂ ਦੇ ਮਨ ਦੇ ਵਿੱਚ ਹੀ ਉਹ ਜਿਹਾ ਯਕੀਨ ਭਰੋਸਾ ਪੈਦਾ ਹੋਇਆ ਸੀ। ਵੱਡੀ ਭਾਗਤੀ ਨਰ ਤਨ ਹੋਵਾ। ਵੀ ਆ ਜਿਹੜੀ ਮਨੁੱਖਾ ਦੇਈ ਇਹ ਵੀ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀ ਹੈ। ਤਿੰਨ ਤੇ ਅਦਕ ਪ੍ਰਭੂ ਗੁਰ ਜੋਵਾ। ਉਹ ਤਾਂ ਵੱਡੀ ਕਿਸਮਤ ਵਾਲੇ ਉਹ ਗੁਰਮੁਖ ਹਨ, ਜਿਨ੍ਹਾਂ ਨੂੰ ਇਹੋ ਜਿਹੇ ਕਾਮਲ ਗੁਰੂ ਦੀ ਪ੍ਰਾਪਤੀ ਹੋ ਚੁੱਕੀ ਹੈ। ਉਨ ਅਧਿਕਾਈ ਸੋ ਅੰਮ੍ਰਿਤ ਲੀਨਾ। ਫਿਰ ਜਿਨ੍ਹਾਂ ਦੇ ਨੇ ਅਤੀ ਅੰਤ ਚੰਗੇ ਕਰਮ, ਉਹਨਾਂ ਨੂੰ ਦਸ਼ਮੇਸ਼ ਪਿਤਾ ਦੇ ਚਰਨਾਂ 'ਚੋਂ ਪੀਵੋ ਪੌਲ ਖੰਡ ਤਾਰ ਹੋਏ। ਜਨਮ ਸਹਿਲਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਪਰ ਸਿਮਰਤ ਅਨੰਦਨੰਤਾ ਰੰਗ ਤਮਾਸਾ ਪੂਰਨ ਆਸਾ ਕਵੇ ਨਾ ਵਿਆਪੈ ਚਿੰਤਾ। ਵੀ ਜਦੋਂ ਆਪਾਂ ਸ਼ਹੀਦ ਹੋ ਗਏ ਫਿਰ ਆਪਾਂ ਨੂੰ ਅਮਰ ਪਦਵੀ ਵੀ ਪ੍ਰਾਪਤੀ ਹੋ ਜਾਣੀ ਹੈ। ਗੁਰਬਾਣੀ ਮਹਿ ਨਿਜ ਮਨ ਪੀਨਾ। ਜਿਨ੍ਹਾਂ ਗੁਰ ਸਿੱਖਾਂ ਦਾ ਮਨ ਗੁਰਬਾਣੀ ਦੇ ਵਿੱਚ ਸਦਾ ਦੇ ਲਈ ਭੇਜ ਚੁੱਕਿਆ ਸੀ, ਆਸ ਪਦ ਪਾਈ ਕੋਈ ਨਹਿ ਦਹਿ। ਉਹ ਫਿਰ ਇਹੋ ਜਿਹਾ ਸੁਨਹਿਰੀ ਮੌਕਾ ਕਦੇ ਵੀ ਆਪਣੇ ਹੱਥ ਦੇ ਵਿੱਚੋਂ ਨਹੀਂ ਖੰਝਾਉਂਦੇ ਹਨ। ਕਿਉਂ ਨਾ ਸਫਲ ਗੁਰ ਟਿਗ ਕਰ ਲੈ ਹੈ। ਵੀ ਆਪਾਂ ਸਤਿਗੁਰੂ ਜੀ ਦੇ ਚਰਨਾਂ 'ਚ ਰਹਿ ਕੇ ਕਿਉਂ ਨਾ ਆਪਣਾ ਜਿਹੜਾ ਮਨੁੱਖਾ ਜਨਮ ਸਫਲਾ ਬਣਾ ਲਈਏ। 10 ਦਿਨ ਅਪਰ ਜੀਏ ਕਿਆ ਹੋਈ। ਜੇ ਆਪਾਂ ਚਲੇ ਵੀ ਗਏ 10 ਦਿਨਾਂ ਤੋਂ ਬਾਅਦ ਮੌਤ ਨੇ ਤਾਂ ਫਿਰ ਵੀ ਆਪਾਂ ਨੂੰ ਕਦੇ ਜਿਉਂਦੇ ਨਹੀਂ ਛੱਡਣਾ। ਅੱਜ ਜਾਂ ਕੱਲ ਕਦੇ ਨਾ ਕਦੇ ਕਾਲ ਭਗਵਾਨ ਨੇ ਆਪਣਾ ਡੰਕਾ ਤਾਂ ਵਜਾ ਹੀ ਦੇਣਾ ਨਾ। ਜੋ ਬਜਿਓ ਸੋ ਵੈਨਸ ਹੈ ਪਰੋ ਆਜ ਕੈ ਕਾਲ। ਜੋ ਜਨਮੈ ਸੋ ਜਾਨੋ ਮੂਆ। ਵੀ ਜਿਹੜਾ ਪੈਦਾ ਹੋਇਆ ਉਹਨੂੰ ਇੱਕ ਦਿਨ ਮਰਨਾ ਤਾਂ ਪੈਣਾ ਹੀ ਹੈ। ਐਸੋ ਲਾਭ ਤਜੈ ਨਹਿ ਕੋਈ। ਜਿਹੜੇ ਨੇ ਗੁਰਮੁਖ ਇਹੋ ਜਿਹਾ ਲਾਭ ਦਾ ਜਿਹੜਾ ਕਾਰਜ ਕਦੇ ਵੀ ਛੱਡਿਆ ਨਹੀਂ ਕਰਦੇ ਹਨ। ਇਸ ਪ੍ਰਕਾਰ ਆਪਸ ਕੇ ਮਾਹੀ। ਇਉਂ ਕਮਾਈਆਂ ਵਾਲੇ ਜਿਹੜੇ ਗੁਰਮੁਖ ਬੈਠ ਕਰਕੇ ਨਾ ਇਕੱਠੇ ਇਹੋ ਜਿਹੀਆਂ ਬੜੀਆਂ ਵਿਚਾਰਾਂ ਕਰਨ ਲੱਗ ਜਾਂਦੇ ਸੀ। ਕਹੇ ਖਾਲਸਾ ਸੁਨਹਿ ਉਮਾਹੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਖਾਲਸੇ ਦੇ ਮਨ ਦੇ ਅੰਦਰ ਯੁੱਧ ਕਰਨ ਦਾ ਬੜਾ ਉਤਸ਼ਾਹ ਤੇ ਬੜਾ ਜਿਹੜਾ ਚਾਅ ਪੈਦਾ ਹੋ ਚੁੱਕਿਆ ਸੀ। ਸ਼ਾਸਤਰਨ ਕੀ ਤਿਆਰੀ ਸਭ ਕਰੈ। ਜੋ ਦੇ ਸੂਰਮਿਆਂ ਨੇ ਆਪੋ ਆਪਣੇ ਸ਼ਾਸਤਰਾਂ ਦੀ ਜਿਹੜੀ ਤਿਆਰੀ ਉਹ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਰਨ ਖੜਗ ਖਰ ਸਾਨੈ ਧਰੈ। ਆਪੋ ਆਪਣੀਆਂ ਜਿਹੜੀਆਂ ਫੌਲਾਦੀ ਲੋਹੇ ਦੀਆਂ ਤਲਵਾਰਾਂ
ਸਾਨਾਂ ਤੇ ਲਗਾ ਲਗਾ ਕਰਕੇ ਉਹਨਾਂ ਦੀ ਧਾਰਾ ਬੜੀ ਤਿੱਖੀ ਕਰ ਲਈ ਹੈ। ਇਸਤੀ ਆਦ ਜਿਤ ਕਰਨ ਤਿਆਰੀ। ਕੈਸੇ ਨੇ ਆਪਣੇ ਜਿਹੜੇ ਪੱਥੇ ਤੀਰਾਂ ਦੇ ਨਾਲ ਭਰ ਲਏ ਹਨ, ਘੋੜਿਆਂ ਦੇ ਉੱਪਰ ਇਹਨਾਂ ਨੇ ਆਪਣੀਆਂ ਕਾਠੀਆਂ ਕੱਸ ਲਈਆਂ ਹਨ। ਸ਼੍ਰੀ ਕਲਗੀਧਰ ਕਰਤ ਸੁਧਾਰੀ। ਦਸ਼ਮੇਸ਼ ਪਿਤਾ ਦੇ ਪਾਸ ਬੜੀਆਂ ਫੌਜਾਂ ਆਉਣ ਦੀ ਖਬਰ ਤਾਂ ਪਹਿਲਾਂ ਹੀ ਪੁੱਜ ਚੁੱਕੀ ਹੈ। ਸੁਣ ਕਰਕੇ ਸਤਿਗੁਰੂ ਜੀ ਨੇ ਵੀ ਆਪਣੇ ਖਾਲਸੇ ਨੂੰ ਤਿਆਰ ਕਰ ਦਿੱਤਾ ਸੀ। ਲਗਹਿ ਦੀਵਾਨ ਖਾਲਸੇ ਕੇਰਾ। ਜਦੋਂ ਵੀ ਕਿਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣਾ ਬੜਾ ਸੋਹਣਾ ਰੂਹਾਨੀ ਦੀਵਾਨ ਸਜਾਇਆ ਕਰਦੇ ਸੀ। ਲਰਨ ਹੀਤ ਟਿਗ ਪ੍ਰਾਪਤ ਹੀਰਾ। ਉਸ ਵਕਤ ਵੀ ਮਹਾਰਾਜ ਨੇ ਫਿਰ ਇਹੋ ਜਿਹੇ ਬਚਨ ਸੁਣਾਉਣੇ, ਆਪਣੀ ਰਸਨਾ ਤੋਂ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨ ਖਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਾ ਹੇਤ, ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ। ਮਹਾਰਾਜ ਬੜੇ ਹੋ ਜੇ ਜਿਹੜੇ ਵੀਰਾਂ ਦੇ ਬਚਨ ਖਾਲਸੇ ਨੂੰ ਸੁਣਾਉਣ ਲੱਗ ਪੈਂਦੇ ਸਨ। ਉਪਦੇਸ਼ਤ ਰਣ ਮਹਿਮਾ ਕਹਿ। ਸਤਿਗੁਰੂ ਜੀ ਇਸ ਜੰਗ ਦੀ ਜਿਹੜੀ ਮਹਿਮਾ ਵਡਿਆਈ ਆਪਣੇ ਗੁਰਸਿੱਖਾਂ ਨੂੰ ਦੱਸਿਆ ਕਰਦੇ ਸੀ। ਲਹੋ ਸੋ ਜਸ ਪਾਵਨ ਕੋ ਮਹਿ। ਹੁਣ ਧਰਮ ਦਾ ਯੁੱਧ ਕਰਦਿਆਂ ਜੋਧੇ ਸੂਰਮਿਆਂ ਨੇ ਬੜੇ ਜਸ ਵੀ ਆ ਸੰਸਾਰ ਦੇ ਅੰਦਰ ਪ੍ਰਾਪਤ ਕਰ ਲੈਣੇ ਹਨ। ਸਿੰਧੂ ਤੁਰਕ ਛਤਰ ਨਿਜ ਲਹਿ। ਹੁਣ ਜਿਹੜੇ ਬੜੇ ਹਿੰਦੂ ਵੀ ਔਰ ਤੁਰਕ ਵੀ ਇਹ ਖਾਲਸੇ ਦੇ ਬੜੇ ਜਿਹੜੇ ਬਹਿਰੀ ਦੁਸ਼ਮਣ ਬਣੇ ਹੋਏ ਸਨ। ਕਰੋ ਵਿਨਾਸ਼ ਆਜ ਦੁਨ ਗਹਿ। ਹੁਣ ਸਤਿਗੁਰੂ ਜੀ ਇਹਨਾਂ ਦੁਸ਼ਟਾਂ ਪਾਪੀਆਂ ਦਾ ਜਿਹੜਾ ਨਾਸ ਆਪਣੇ ਖਾਲਸੇ ਦੇ ਪਾਸੋਂ ਕਰਵਾਉਣਾ ਚਾਹੁੰਦੇ ਹਨ। ਨਿਰਭੈ ਹੋਈ ਧੀਰਜ ਬਹੁ ਧਰ। ਇਹ ਖਾਲਸਾ ਜੀ ਮਨ ਦੇ ਅੰਦਰ ਬੜਾ ਧੀਰਜ ਧਾਰਨ ਕਰਕੇ ਤੁਹਾਨੂੰ ਇਹਨਾਂ ਪਾਪੀਆਂ ਇਹ ਜ਼ਾਲਮਾਂ ਦਾ ਮੈਦਾਨੇ ਜੰਗ ਦੇ ਵਿੱਚ ਸਾਹਮਣਾ ਕਰਨਾ ਪਊਗਾ। ਕਰੋ ਤਸ਼ਾਹੋ ਆਪਣੇ ਕਰ। ਤੁਸੀਂ ਵੀ ਆਪਣੇ ਮਨ ਦੇ ਅੰਦਰ ਬੜੀ ਦਲੇਰੀ ਬੜਾ ਉਤਸ਼ਾਹ ਧਾਰਨ ਕਰਕੇ ਰੱਖਣਾ। ਇਹ ਨਹੀਂ ਦੇਖਣਾ ਵੀ ਆ ਦੇਖੋ ਸਾਹਮਣੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਵੱਡੇ ਸੂਬੇ ਆਪੋ ਆਪਣੀਆਂ ਫੌਜਾਂ ਲੈ ਕਰਕੇ ਪਹੁੰਚ ਗਏ ਹਨ। ਆਪਣਾ ਮੁਰਚਨ ਪਰ ਥਿਰ। ਤੁਸੀਂ ਸਾਰਿਆਂ ਨੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਪੂਰੀ ਜਿਹੜੀ ਜ਼ਿੰਮੇਵਾਰੀ ਰੱਖਣੀ ਹੈ। ਨਿਕਟ ਬਿਲੋਕ ਹੋ ਮਾਰੋ ਫਿਰ। ਜਿਹੜਾ ਕੋਈ ਤੁਹਾਡੇ ਨੇੜੇ ਆ ਗਿਆ ਤੇ ਉਹਦੇ ਉੱਪਰ ਉਸੇ ਵਕਤ ਹਥਿਆਰ ਚਲਾ ਦੇਣੇ ਹਨ। ਹੀਲਾ ਝਾਲ ਅਰਨ ਸੋ ਅਰ। ਇਹਨਾਂ ਬੈਰੀਆਂ ਦੁਸ਼ਮਣਾਂ ਦਾ ਜਿਹੜਾ ਜ਼ਬਰਦਸਤ ਕੀਤਾ ਹੋਇਆ ਹਲਾ ਉਹਨੂੰ ਉਹ ਵੀ ਤੁਹਾਨੂੰ ਆਪਣੇ ਸਿਰਾਂ ਦੇ ਉੱਪਰ ਹੀ ਚੱਲਣਾ ਪੈਣਾ ਹੈ। ਵੇਖੈ ਤੁਮ ਹੈ ਪੱਗ ਹੈਗੇ ਡਰ। ਪਰ ਗੁਰੂ ਬਾਬਾ ਜੀ ਦੀ ਰਹਿਮਤ ਦਾ ਸਦਕਾ ਇਹ ਜਿਹੜੇ ਨਾ ਤੁਰਕਾ ਮੁਗਲ ਪਠਾਨ ਚੜ ਕੇ ਤਾਂ ਬੜੇ ਆਏ ਨੇ, ਪਰ ਤੁਹਾਨੂੰ ਦੇਖਣ ਸਾਰ ਇਹਨਾਂ ਦੇ ਮਨ ਦੇ ਵਿੱਚ ਬੜਾ ਜਿਹੜਾ ਡਰ ਆਪਣੇ ਆਪ ਹੀ ਪੈਦਾ ਹੋ ਜਾਣਾ ਹੈ। ਘਣੀ ਮਾਰ ਕਰੀਏ ਰਨ ਲਰ। ਇਹਨਾਂ ਦੇ ਉੱਪਰ ਇਹੋ ਜੀ ਜਦੋਂ ਬੜੀ ਕਮਸਾਨ ਦੀ ਮਾਰ ਮਚਾ ਦਿੱਤੀ ਦੇ ਕਰਕੇ ਆ ਜਿਹੜਾ ਲਾਹੌਰ ਦਾ ਸੂਬਾ ਇਹਦੀਆਂ ਫਿਰ ਅੱਖਾਂ ਹੀ ਅੱਡੀਆਂ ਰਹਿ ਜਾਣੀਆਂ ਹਨ। ਜਿਸ ਤੇ ਭੈ ਧਰ ਕੰਪੈ ਥਰ। ਦੇ ਕੇ ਤੁਹਾਡੀ ਸਵਰਮ ਗਤੀ ਨੂੰ ਇਹਨਾਂ ਨੂੰ ਤਾਂ ਫਿਰ ਬੜੀਆਂ ਇਹ ਕੰਬਣੀਆਂ ਛੜ ਜਾਣੀਆਂ ਹਨ। ਇਸ ਪ੍ਰਕਾਰ ਲਰਬੇ ਹੋਏ ਤਿਆਰ। ਇਉਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਯੋਧੇ ਸੂਰਮਿਆਂ ਦੇ ਹਿਰਦੇ ਦੇ ਅੰਦਰ ਬੜਾ ਇਹੋ ਜਿਹਾ ਜਿਹੜਾ ਹੌਸਲਾ ਭਰ ਦਿੱਤਾ ਸੀ। ਕਰਹਿ ਪ੍ਰਤੀਖਨ ਮੰਡਹਿ ਰਾਰ। ਔਰ ਖਾਲਸੇ ਵੀ ਜੰਗ ਕਰਨ ਦੇ ਲਈ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੀ ਉਡੀਕ ਕਰਨ ਲੱਗ ਪਏ ਹਨ। ਧੰਨ ਖਾਲਸਾ ਸਤਿਗੁਰ ਸਾਚਾ। ਇਹੋ ਜਿਹੇ ਸੱਚੇ ਸਤਿਗੁਰੂ ਜੀ ਦੀ ਜਿਹੜੇ ਪ੍ਰਾਪਤੀ ਖਾਲਸੇ ਨੂੰ ਪ੍ਰਾਪਤ ਹੋ ਚੁੱਕੀ ਹੈ। ਰਣ ਰਸ ਉਤਸ਼ਾਹ ਵਿਖੇ ਚਿਤ ਰਾਚਾ। ਇਹਨਾਂ ਦਾ ਜਿਹੜਾ ਮਨ ਇੱਕ ਯੁੱਧ ਦੇ ਉਤਸ਼ਾਹ ਦੇ ਵਿੱਚ ਹੀ ਰਾਚਾ ਚੁੱਕਿਆ ਸੀ। ਆਪ ਅਲਪ ਸ਼ਤਰੂ ਸਮੁਦਾਈ। ਹੁਣ ਆਪ ਤਾਂ ਮਹਾਰਾਜ ਦੇ ਯੋਧੇ ਸੂਰਮੇ ਬਹੁਤ ਥੋੜੀ ਜੀ ਗਿਣਤੀ ਦੇ ਵਿੱਚ ਹੀ ਹਨ ਤੇ ਉਧਰ ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ ਆਪਣੀ ਸਾਰੀ ਸੈਨਾ ਲੈ ਕਰਕੇ ਰਾਹ ਦੇ ਵਿੱਚ ਆ ਰਿਹਾ ਸੀ। ਸਭ ਜਗ ਕੇ ਭਟ ਕੀਨ ਚੜਾਈ। ਹੁਣ ਇਹਨਾਂ ਨੇ ਆਪਣੇ ਪਾਸ ਹਿੰਦੁਸਤਾਨ ਦਾ ਪਤਾ ਨਹੀਂ ਕਿਤਨੇ ਜਵਾਨ ਸਿਪਾਹੀ ਤਿਆਰ ਕਰਕੇ ਲਿਆਂਦੇ ਹਨ। ਤਉ ਆਨੰਦਤ ਨਹਿ ਦੋ ਚਿਤਾਈ। ਪਰ ਫਿਰ ਵੀ ਦਸ਼ਮੇਸ਼ ਪਿਤਾ ਨੇ ਜਦੋਂ ਹੁਣ ਆਪਣੀ ਕਿਰਪਾ ਦ੍ਰਿਸ਼ਟੀ ਯੋਧੇ ਸੂਰਮਿਆਂ ਦੇ ਅੰਦਰ ਕੀਤੀ, ਕਿਸੇ ਦੇ ਮਨ ਦੇ ਅੰਦਰ ਕੋਈ ਦੁਬਿਧਾ, ਕੋਈ ਵੀ ਦੁਚਿਤਾਈ ਵਾਲਾ ਖਿਆਲ ਨਹੀਂ ਪੈਦਾ ਹੋਇਆ ਵੀ ਅਸੀਂ ਤਾਂ ਮਾੜੇ ਜਿਹੇ ਹਾਂ। ਤੇ ਉੱਧਰੋਂ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਚੜ੍ਹ ਕਰਕੇ ਆ ਰਹੀਆਂ ਹਨ। ਔਰ ਜਿਹੜੀ ਹੈ ਬਾਦਸ਼ਾਹ ਔਰੰਗਜ਼ੇਬ ਦੀ ਸੈਨਾ, ਉਹਦੀ ਪਤਾ ਨਹੀਂ ਕਿਤਨੀ ਗਿਣਤੀ ਹੋਵੇਗੀ। ਸਾਵਧਾਨ ਭੀ ਹੋਤ ਲੜਾਈ। ਯੁੱਧ ਕਰਨ ਦੇ ਲਈ ਖਾਲਸੇ ਆਪੋ ਆਪਣੇ ਮੋਰਚਿਆਂ ਦੇ ਵਿੱਚ ਸਾਵਧਾਨ ਹੋ ਗਏ ਹਨ। ਦੋਹਰਾ ਪੁਰ ਸਿਰੰਦ ਤੇ ਚੜ ਚੱਲਿਓ ਲਸ਼ਕਰ ਵੱਡੋ ਬਟੋਰ। ਜਿਹੜਾ ਸਰਹੰਦ ਦਾ ਸੂਬਾ, ਇਹ ਵੀ ਆਪਣੀ ਸੈਨਾ ਲੈ ਕਰਕੇ ਅੱਗੇ ਨੂੰ ਤੁਰ ਪਿਆ ਸੀ। ਖਾਨ ਵਜੀਦਾ ਕ੍ਰੋਧ ਕੈ ਗਮਨ ਆਨੰਦਪੁਰ ਔਰ। ਵਜੀਦੇ ਦੇ ਮਨ ਦੇ ਵਿੱਚ ਵੀ ਬੜਾ ਕ੍ਰੋਧ, ਬੜਾ ਗੁੱਸਾ ਪੈਦਾ ਹੋ ਚੁੱਕਿਆ ਹੈ। ਚੌਪਈ ਸੰਗ 450। ਹੁਣ ਜਿਹਦੇ ਨਾਲ 450 ਢੋਲ ਔਰ ਨਗਾਰੇ ਵੱਜਦੇ ਆ ਰਹੇ ਹਨ। ਬਜੇ ਨਗਾਰੇ ਧੁਨ ਵੱਡ ਤਾਸ। ਹੁਣ ਫੌਜਾਂ ਦੇ ਵਿੱਚ 450 ਗਿਣਤੀ ਦੇ ਵਿੱਚ ਨਗਾਰੇ ਵੀ ਤੋਤੀਆਂ ਨਫੀਰੀਆਂ ਵੱਜਦੀਆਂ ਹੋਈਆਂ ਆ ਰਹੀਆਂ ਹਨ। ਇਤਨੇ ਹੀ ਨਿਸ਼ਾਨ ਫਹਿਰਾਈ। ਤੇ ਇਤਨੀ ਆਈ ਰੰਗ ਬਰੰਗੀਆਂ ਝੰਡੀਆਂ ਇਹਨਾਂ ਜਵਾਨ ਸਿਪਾਹੀਆਂ ਨੇ ਆਪੋ ਆਪਣੇ ਹੱਥਾਂ ਦੇ ਵਿੱਚ ਪਕੜੀਆਂ ਹੋਈਆਂ ਸਨ। ਨਿਜ ਨਿਜ ਮਿਸਲਨ ਅਗਰ ਚਲਾਈ। ਹੁਣ ਇਹ ਝੰਡੀਆਂ ਲੈ ਕੇ ਆਪੋ ਆਪਣੇ ਨਾ ਟੋਲਿਆਂ ਦੇ ਅੱਗੇ ਅੱਗੇ ਜਾ ਰਹੇ ਹਨ। ਪੈਦਲ ਚਲਤ ਤੁਪੰਗ ਸੰਭਾਰੀ। ਜਿਹੜੀ ਆ ਪੈਦਲ ਸੈਨਾ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਬੰਦੂਕਾਂ ਪਕੜੀਆਂ ਹੋਈਆਂ ਸਨ। ਤਿਆਰ ਤੁਰੰਗਮ ਪਰ ਅਸਵਾਰੀ। ਜਿਹੜੀ ਸੈਨਾ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਜਾ ਰਹੀ ਹੈ। ਤੋਪਾਂ ਚਲੀ ਅਨੇਕ ਪ੍ਰਕਾਰੀ। ਇਸੇ ਤਰ੍ਹਾਂ ਅਨੇਕ ਪ੍ਰਕਾਰ ਦੀਆਂ ਤੋਪਾਂ ਵੀ ਇਹਨਾਂ ਨੇ ਆਪਣੇ ਨਾਲ ਹੀ ਲਈਆਂ ਹੋਈਆਂ ਸਨ। ਉਮੜਿਓ ਦਲ ਜਲ ਸਮਭੋ ਬਾਰੀ। ਹੁਣ ਇਹ ਜਿਹੜੀ ਫੌਜ ਸਮੁੰਦਰ ਦੇ ਪਾਣੀ ਦੇ ਸਮਾਨ ਅੱਗੇ ਨੂੰ ਤੁਰ ਪਈ ਹੈ। ਦੁੰਦਬ ਬਜਹਿ ਪਟਹਿ ਸ਼ਰਨਾਈ। ਜਿਹਦੇ ਵਿੱਚ ਤੂਤੀਆਂ ਨਫੀਰੀਆਂ ਛੋਟੇ ਵੱਡੇ ਢੋਲ ਵਗੈਰਾ ਇਹ ਥਾਂ ਥਾਂ ਤੇ ਵੱਜ ਰਹੇ ਸਨ। ਰਨ ਸਿੰਘੇ ਬਜਹਿ ਸਮੁਦਾਈ। ਇਸੇ ਤਰ੍ਹਾਂ ਰਣ ਸਿੰਘੇ ਤੂਤੀਆਂ ਦੀ ਆਵਾਜ਼ ਬੜੀ ਦੂਰ ਤੱਕ ਸੁਣਾਈ ਦੇਣ ਲੱਗ ਪਈ ਹੈ। ਮਹਾ ਕੁਲਾਹਲ ਚਾਲਤ ਹੋਵਾ। ਉਹ ਰਸਤੇ ਦੇ ਵਿੱਚ ਜਦੋਂ ਬੜੀ ਫੌਜ ਚੱਲਦੀ ਹੈ, ਹੁਣ ਰੌਲਾ ਗੌਲਾ ਤਾਂ ਆਪਣੇ ਆਪ ਹੀ ਹੁਣ ਦੂਰ ਤੱਕ ਪੈਣ ਲੱਗ ਜਾਂਦਾ ਹੈ। ਉਡੀ ਧੋਲ ਨਹਿ ਸੂਰਜ ਜੋਵਾ। ਕੋੜਿਆਂ ਦੇ ਪੌੜ ਵੱਜ ਵੱਜ ਕਰਕੇ ਮਿੱਟੀ ਘਟਾ
ਔਕਾਤ ਦੇ ਵਿੱਚ ਚਾਰੇ ਪਾਸੇ ਫੈਲ ਚੁੱਕਿਆ ਸੀ। ਉੱਡੀ ਧੂਲ ਨਹਿ ਸੂਰਜ ਜੋਵਾ, ਇਸ ਮਿੱਟੀ ਘੱਟੀ ਦੇ ਨਾਲ ਔਕਾਤ ਦੇ ਵਿੱਚ ਜਿਹੜਾ ਸੂਰਜ ਉਹ ਵੀ ਦਿਸਣਾ ਬੰਦ ਹੋ ਚੁੱਕਿਆ ਸੀ। ਕਹਿ ਘਨ ਘਟਾ ਬਿਥਰੈ ਕਰ ਚਾਲੀ, ਜਾਂ ਇਉਂ ਲੱਗਦਾ ਸੀ ਵੀ ਜਿਵੇਂ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਕਾਲੀ ਘਟਾ ਔਕਾਤ ਦੇ ਵਿੱਚ ਜਿਵੇਂ ਚਾਰੇ ਪਾਸੇ ਦੌਰ ਤੱਕ ਫੈਲ ਜਾਂਦੀ ਹੈ। ਸ਼ਸਤਰ ਦਮੰਕਤ ਛਟਾ ਵਿਸਾਲੀ, ਜਿਹੜੇ ਨੇ ਯੋਧੇ ਸੂਰਮਿਆਂ ਦੇ ਹੱਥ ਦੇ ਵਿੱਚ ਪਕੜੇ ਹੋਏ ਸ਼ਸਤਰ ਇਹ ਮਾਨੋ ਬਿਜਲੀ ਦੇ ਸਮਾਨ ਚਮਕ ਰਹੇ ਹਨ। ਵੱਡੋ ਰੌਰ ਪਾ ਮਾਰਗ ਮਾਹੀ, ਰਾਹ ਦੇ ਵਿੱਚ ਚਾਰੇ ਪਾਸੇ ਪੜਾਈ ਰੌਲਾ ਗੋਲਾ ਪੈਣ ਲੱਗ ਪਿਆ ਸੀ। ਕਹੀ ਬਾਤ ਸੁਨੀਅਤ ਕੁਛ ਨਾਹੀ, ਨਾ ਇੱਕ ਦੂਜੇ ਦੀ ਕਹੀ ਹੋਈ ਗੱਲ ਕੰਨ ਦੇ ਵਿੱਚ ਸੁਣਾਈ ਨਹੀਂ ਦਿੰਦੀ ਹੈ। ਕਹਿ ਜਲ ਉਮੜਿਓ ਵੱਡੋ ਸਮੁੰਦਰ, ਜਿਉਂ ਲੱਗਦਾ ਸੀ ਵੀ ਜਿਵੇਂ ਸਮੁੰਦਰਾਂ ਦਾ ਪਾਣੀ ਉਛਲ ਕਰਕੇ ਕਿਨਾਰਿਆਂ ਤੋਂ ਬਾਹਰ ਨਿਕਲ ਆਇਆ ਹੈ। ਬੰਦੇ ਟੋਲ ਤਰੰਗ ਅਛੁਦਰ, ਜੋ ਇਹਨਾਂ ਫੌਜਾਂ ਨੇ ਆਪਣੇ ਵੱਡੇ ਵੱਡੇ ਟੋਲੇ ਬਣਾਏ ਹੋਏ ਸਨ, ਇਹ ਮਾਨੋ ਇਹ ਫੌਜਾਂ ਰੂਪੀ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਪੈਦਾ ਹੋ ਰਹੀਆਂ ਹਨ। ਗਨ ਦੇਸ਼ਨ ਕੀ ਆਜੁਦ ਧਾਰੀ, ਯੋਧੇ ਸੂਰਮਿਆਂ ਨੇ ਨਾਨਾ ਕਿਸਮ ਦੇ ਫੌਲਾਦੀ ਲੋਹੇ ਦੇ ਸ਼ਸਤਰ ਆਪਣੇ ਹੱਥਾਂ ਦੇ ਵਿੱਚ ਪਕੜੇ ਹੋਏ ਸਨ। ਕਹੀ ਸ਼ਾਹ ਉਮੜੇ ਇੱਕ ਬਾਰੀ, ਹੁਣ ਇੱਕੋ ਹੀ ਬਾਰੀ ਜਿਹੜੀ ਫੌਜ ਚਾਰੇ ਪਾਸਿਆਂ ਤੋਂ ਉਹ ਇਕੱਠੀ ਹੋ ਗਈ ਹੈ। ਜਤਾ ਇੰਦਰ ਕੀ ਆਗਿਆ ਪਾਈ, ਜਿਵੇਂ ਕਹਿੰਦੇ ਸਵਰਗ ਲੋਕ ਦੇ ਰਾਜੇ ਇੰਦਰ ਦੀ ਆਗਿਆ ਨੂੰ ਪਾ ਕਰਕੇ ਨਭ ਮਹਿ ਚਲੀ ਮੇਘ ਸਮੁਦਾਈ, ਆ ਜਿਹੜੀ ਮੇਘਮਾਲਾ ਇਹ ਵੀ ਔਕਾਤ ਦੇ ਵਿੱਚ ਚਾਰੇ ਪਾਸੇ ਤੁਰ ਪੈਂਦੀ ਹੈ। ਕਰਤੀ ਮਜਲ ਸਿਵਰ ਕੋ ਪਾਵੇ, ਹੁਣ ਜਿੱਥੇ ਵੀ ਸੂਰਜ ਛਿਪ ਜਾਂਦਾ ਹੈ, ਉੱਥੇ ਫੌਜਾਂ ਆਪਣਾ ਆਰਾਮ ਕਰਨ ਦੇ ਲਈ ਡੇਰਾ ਲਗਾ ਦਿੰਦੀਆਂ ਸਨ। ਹਿਤਾ ਰਾਮ ਕੀ ਨਿਸਾ ਬਿਤਾਵੇ, ਰਾਤ ਦੇ ਟਾਈਮ ਤੇ ਜਰਨੈਲ ਆਪੋ ਆਪਣੀ ਫੌਜ ਦੀ ਸੰਭਾਲ ਵੀ ਕਰਦੇ ਹਨ। ਰੋਪਰ ਉਲੰਘ ਸਿਰੰਦੀ ਲਸ਼ਕਰ, ਸਰਹੰਦ ਦੇ ਸੂਬੇ ਦੀ ਜਿਹੜੀ ਫੌਜ ਜਦੋਂ ਰੋਪੜ ਤੋਂ ਅੱਗੇ ਲੰਘ ਚੁੱਕੀ ਹੈ, ਉਤਰਿਓ ਸਿਵਰ ਅਗਰ ਕੁਛ ਹਵੈ ਕਰ, ਥੋੜਾ ਜਿਹਾ ਅੱਗੇ ਜਾ ਕੇ ਨੇ ਰਾਜ ਆਪਣੇ ਤੰਬੂ ਵਗੈਰਾ ਲਗਾ ਦਿੱਤੇ ਹਨ। ਜ਼ਬਰਦਸਤ ਖਾਨ ਲਵਪੁਰ ਤਿਆਗਾ, ਉਧਰ ਜਿਹੜਾ ਜ਼ਬਰਦਸਤ ਖਾਨ ਇਹ ਵੀ ਲਾਹੌਰ ਸ਼ਹਿਰ ਨੂੰ ਛੱਡ ਕੇ ਅੱਗੇ ਨੂੰ ਚੱਲ ਪਿਆ। ਗਮਨਿਓ ਲਰਨ ਜੰਗ ਅਨੁਰਾਗਾ, ਹੁਣ ਇਹਦੇ ਮਨ ਦੇ ਵਿੱਚ ਵੀ ਯੁੱਧ ਕਰਨ ਦਾ ਬੜਾ ਚਾਅ ਭਰਿਆ ਹੋਇਆ ਸੀ। ਪੈਦਲ ਗਾਨਾ ਤੁਰੰਗਨ ਕੀ ਸੈਨਾ, ਇਹਦੇ ਨਾਲ ਵੀ ਬੜੇ ਪੈਦਲ ਇਸੇ ਤਰ੍ਹਾਂ ਜਵਾਨ ਸਿਪਾਹੀ ਆਪੋ ਆਪਣੇ ਘੋੜਿਆਂ ਤੇ ਚੜ੍ਹ ਕਰਕੇ ਆ ਰਹੇ ਹਨ। ਚਲੀ ਸ਼ਿਗਰ ਸ਼ਾਹੀ ਰਜ ਗੈਨਾ, ਜਿਵੇਂ ਜਿਵੇਂ ਫੌਜਾਂ ਤੇਜ਼ੀ ਦੇ ਨਾਲ ਚਲਦੀਆਂ ਹਨ, ਉਵੇਂ ਉਵੇਂ ਆ ਮਿੱਟੀ ਘੱਟਾ ਇਹ ਤਾਂ ਆਪਣੇ ਆਪ ਹੀ ਕੱਚੇ ਰਸਤੇ ਹੋਣ ਕਰਕੇ ਔਕਾਤ ਦੇ ਵਿੱਚ ਚੜ ਜਾਂਦਾ ਸੀ। ਤੋਪੈਂ ਤੋਪਕ ਅਨੇਕ ਪ੍ਰਕਾਰੀ, ਜੋ ਅਨੇਕ ਪ੍ਰਕਾਰ ਦੀਆਂ ਤੋਪਾਂ ਬੰਦੂਕਾਂ ਚੌਦੇ ਸੂਰਮਿਆਂ ਨੇ ਆਪਣੇ ਹੱਥਾਂ ਦੇ ਵਿੱਚ ਪਕੜੀਆਂ ਹੋਈਆਂ ਸਨ। ਲੀਕਰ ਚੜਿਓ ਕਟਕ ਪਟ ਭਾਰੀ, ਜ਼ਬਰਦਸਤ ਖਾਨ ਇਹ ਵੀ ਬੜੀ ਫੌਜ ਲੈ ਕਰਕੇ ਮਹਾਰਾਜ ਦੇ ਉੱਪਰ ਚੜ੍ਹਾਈ ਕਰਕੇ ਆ ਗਿਆ। ਚਾਰ ਸੈਂਕੜੀ ਅਰ ਪੰਚਾਸਾ, ਹੁਣ ਇਹਨੇ ਵੀ 450 ਨਗਾਰਾ, ਕੋਈ ਛੋਟਾ ਕੋਈ ਵੱਡਾ ਹੈ, ਇਹ ਆਪਣੀ ਫੌਜ ਦੇ ਵਿੱਚ ਤਿਆਰ ਕਰਕੇ ਲਿਆਂਦਾ ਸੀ। ਦੁੰਦਬ ਬਾਜੀ ਸ਼ਬਦ ਪ੍ਰਕਾਰਾ, ਹੁਣ ਫੌਜ ਦੇ ਅੱਗੇ ਅੱਗੇ ਛੋਟੇ ਵੱਡੇ ਨਗਾਰਿਆਂ ਦੀ ਆਵਾਜ਼ ਆਉਣ ਲੱਗ ਪਈ ਹੈ। ਢੋਲ ਪਟ ਹੈ ਤੁਰਰੀ ਕਰਨਾਈ, ਸ਼ਰਨਾਈਆਂ ਤੋਤੀਆਂ ਨੌ ਫੀਰੀਆਂ ਦੇ ਵੱਜਣ ਦੀ ਆਵਾਜ਼ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੀ
ਸੁਣਾਈ ਦੇਣ ਲੱਗ ਪਈ ਸੀ। ਬਾਜ ਉਠੇ ਬਾਦਤ ਸਮੁਦਾਈ, ਜੈ ਤਰ੍ਹਾਂ ਫੌਜਾਂ ਅੱਗੇ ਤੋਂ ਅੱਗੇ ਆਪਣਾ ਸਫ਼ਰ ਤੈਅ ਕਰਦੀਆਂ ਹਨ। ਇਤਨੇ ਹੀ ਨਿਸ਼ਾਨ ਪ੍ਰਸਥਾਨੇ, ਇਤਨੀਆਂ ਹੀ ਜਿਹੜੀਆਂ ਝੰਡੀਆਂ ਜਵਾਨਾਂ ਸਿਪਾਹੀਆਂ ਨੇ 450 ਦੀ ਗਿਣਤੀ 'ਚ ਆਪਣੇ ਹੱਥਾਂ 'ਚ ਪਕੜੀਆਂ ਹੋਈਆਂ ਸਨ। ਛੋਰੇ ਪੱਟ ਛੋਟਤ ਪਹਿਰਾਨੇ, ਹੁਣ ਇਹ ਵੀ ਰੰਗਾਂ ਬਰੰਗੀਆਂ ਝੰਡੀਆਂ ਪਕੜ ਕਰਕੇ ਆਪੋ ਆਪਣੀ ਸੈਨਾ ਦੇ ਅੱਗੇ ਜਾ ਰਹੇ ਹਨ। ਲਸ਼ਕਰ ਕੀ ਆਗੂ ਹੋਏ ਚਾਲੇ, ਜਿਹੜੇ ਜਿਹੜੇ ਇਹਨਾਂ ਸੂਬਿਆਂ ਨੇ ਆਪੋ ਆਪਣੇ ਲਹਿਦਾ ਫੌਜਾਂ ਦੇ ਵਿੱਚ ਜਿਵੇਂ ਕਰਨਲ ਜਰਨਲ ਵੱਡੇ ਵੱਡੇ ਆਫੀਸਰ ਹੋਇਆ ਕਰਦੇ ਹਨ। ਕਰਤ ਕੋਚ ਉਠ ਰੌਰ ਬਿਸਾਲੀ, ਹੁਣ ਇਹਨਾਂ ਸੂਬਿਆਂ ਨੇ ਵੀ ਆਪਣੀ ਜਿਹੜੀ ਫੌਜ ਕਈ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ। ਮਾਰਗ ਉਲੰਘ ਜਤਾ ਕ੍ਰਮ ਸਾਰਾ, ਜਦੋਂ ਇਹਨਾਂ ਨੇ ਵੀ ਲਾਹੌਰ ਤੋਂ ਚੱਲ ਕੇ ਆਪਣਾ ਸਾਰਾ ਜਿਹੜਾ ਪਿੰਡਾ ਤੈਅ ਕਰ ਲਿਆ ਸੀ। ਡੇਰਾ ਨਦੀ ਕਿਨਾਰੇ ਡਾਰਾ, ਚਲਦਿਆਂ ਸਤਲੁਜ ਦਰਿਆ ਦੇ ਕਿਨਾਰੇ ਦੇ ਨੇੜੇ ਆਪਣੇ ਡੇਰੇ ਲਗਾ ਲਏ ਹਨ। ਨੌ ਸੈ ਦੁੰਦਬ ਦਲ ਹੋਏ ਕੀਰੇ, ਦੋਵੇਂ ਫੌਜਾਂ ਦੇ ਵਿੱਚ 900 ਛੋਟਾ ਵੱਡਾ ਨਗਾਰਾ ਤੇ ਇਸੇ ਤਰ੍ਹਾਂ 900 ਦੀ ਗਿਣਤੀ ਦੇ ਵਿੱਚ ਸੂਰਮਿਆਂ ਜਵਾਨਾਂ ਸਿਪਾਹੀਆਂ ਨੇ ਰੰਗ ਬਰੰਗੀਆਂ ਜਿਹੜੀਆਂ ਝੰਡੀਆਂ ਆਪੋ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤੀਆਂ ਹੋਈਆਂ ਸਨ। ਨੌ ਸੈ ਝੰਡੀ ਝੁੱਲ ਹੈ ਅਗੇਰੀ, ਸੈਨਾ ਦੇ ਅੱਗੇ ਅੱਗੇ 900 ਦੀ ਗਿਣਤੀ ਦੇ ਵਿੱਚ ਜਿਵੇਂ ਝੰਡੇ ਝੂਲਦੇ ਹੋਏ ਅੱਗੇ ਤੋਂ ਅੱਗੇ ਜਾ ਰਹੇ ਸਨ। ਆਨੰਦਪੁਰ ਕੀ ਦਵੈ ਦਿਸ਼ ਆਈ, ਹੁਣ ਇਹਨਾਂ ਦੋਵੇਂ ਸੂਬਿਆਂ ਨੇ ਆਨੰਦਪੁਰ ਦੇ ਨੇੜੇ ਆ ਕੇ ਆਪਣਾ ਡੇਰਾ ਲਗਾ ਲਿਆ ਸੀ। ਦੂਰ ਦੂਰ ਸੀ ਪਰਹ ਦਿਸਾਈ, ਪਰ ਸਤਿਗੁਰੂ ਜੀ ਦੇ ਤੇਜ ਪ੍ਰਤਾਪ ਤੋਂ ਡਰਦਿਆਂ ਹੋਇਆਂ ਨੇੜੇ ਤਾਂ ਨਹੀਂ ਕੋਈ ਆਇਆ। ਸਰਹੰਦ ਦਾ ਸੂਬਾ, ਲਾਹੌਰ ਦਾ ਸੂਬਾ, ਇਹਨਾਂ ਨੇ ਆਨੰਦਪੁਰ ਤੋਂ ਕਾਫੀ ਦੂਰੀ 'ਤੇ ਆਪੋ ਆਪਣੀਆਂ ਜਿਹੜੀਆਂ ਫੌਜਾਂ ਰੋਕ ਲਈਆਂ ਹਨ। ਦਿਸ਼ਾ ਤੀਸਰੀ ਸੈਲਨ ਸੈਨਾ, ਤੀਸਰੇ ਪਾਸੇ ਭੀਮ ਚੰਦ ਨੇ ਆਪਣੇ ਸਾਰੇ ਜਿਹੜੇ ਰਾਜੇ ਇਕੱਠੇ ਕੀਤੇ ਹੋਏ ਸਨ। ਭੀਮ ਚੰਦ ਅਬ ਲੋਕੇ ਨੈਣਾ, ਜਦੋਂ ਭੀਮ ਚੰਦ ਨੇ ਆ ਕਰਕੇ ਨਿਗਾਹ ਮਾਰੀ ਵੀ ਬਾਦਸ਼ਾਹ ਔਰੰਗਜ਼ੇਬ ਦਾ ਪਰਵਾਨਾ ਪੜਨ ਦੇ ਨਾਲ ਹੀ ਆ ਜਿਹੜੇ ਦੋਵੇਂ ਸੂਬੇ ਆਪੋ ਆਪਣੀ ਫੌਜ ਲੈ ਕਰਕੇ ਪਹੁੰਚ ਚੁੱਕੇ ਹਨ। ਸਭ ਰਾਜਨ ਕੋ ਭਲੇ ਸੰਭਾਰ, ਇਸ ਨੇ ਵੀ ਫਿਰ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਪਾਸ ਚੰਗੀ ਤਰ੍ਹਾਂ ਸੰਭਾਲ ਲਿਆ ਸੀ। ਛੜਬੇ ਹਿਤ ਤਬ ਲੀਨ ਹਕਾਰ, ਜਦੋਂ ਖਬਰ ਮਿਲ ਗਈ ਭੀਮ ਚੰਦ ਨੂੰ ਵੀ ਉਹ ਤਾਂ ਵੱਡੇ ਵੱਡੇ ਸੂਬੇ ਆਪਣੇ ਤੋਂ ਪਹਿਲਾਂ ਹੀ ਆਨੰਦਪੁਰ ਦੇ ਨੇੜੇ ਪਹੁੰਚ ਚੁੱਕੇ ਹਨ। ਗਜਬਾਜੀ ਨਾ ਅਰੋਹਨ ਭਈ, ਹੁਣ ਇਹ ਵੀ ਆਪੋ ਆਪਣੇ ਘੋੜੇ ਔਰ ਹਾਥੀਆਂ ਦੇ ਉੱਪਰ ਸਵਾਰ ਹੋ ਗਏ ਹਨ। ਇੱਕ ਥਲ ਮੇਲ ਸਭਨ ਹੂੰ ਕਈ, ਭੀਮ ਚੰਦ ਨੇ ਪਹਿਲਾਂ ਹੀ ਸਾਰੇ ਰਾਜਿਆਂ ਨੂੰ ਇੱਕ ਥਾਂ ਤੇ ਉਹ ਇਕੱਠਿਆਂ ਕਰ ਲਿਆ। ਤੁਰਕਨ ਚਮੋ ਉਡੀਕਤ ਰਹੀ, ਇਹ ਪਹਿਲਾਂ ਹੀ ਜਿਹੜੀ ਤੁਰਕਾਂ ਦੀ ਫੌਜ ਉਸ ਦੀ ਉਡੀਕ ਕਰ ਰਹੇ ਸੀ ਵੀ ਜਦੋਂ ਆ ਗਏ ਆਪਾਂ ਨੇ ਵੀ ਉਸੇ ਟਾਈਮ ਤੇ ਆਪਣੇ ਜਿਹੜੇ ਡੇਰੇ ਅੱਗੇ ਨੂੰ ਕੂਚ ਕਰ ਦੇਣੇ ਹਨ। ਜਬ ਆਗਮਨ ਦੋਹਨ ਕੋ ਲਹੀ, ਜਦੋਂ ਭੀਮ ਚੰਦ ਦੇ ਪਾਸ ਖਬਰ ਦੋਵੇਂ ਸੂਬਿਆਂ ਦੇ ਆਉਣ ਦੀ ਪਹੁੰਚ ਚੁੱਕੀ ਹੈ, ਤਤ ਛਿਨ ਕਰ ਤਿਆਰੀ ਚੜ ਆਈ। ਹੁਣ ਇਹਨਾਂ ਨੇ ਵੀ ਆਪਣੀ ਜਿਹੜੀ ਚੜ੍ਹਨ ਦੀ ਤਿਆਰੀ ਕਰ ਲਈ ਸੀ। ਗਿਰ ਗਣਪਤੀ ਮੇਲ ਕਰਤਾਈ, ਸਾਰੇ ਪਹਾੜੀ ਰਾਜੇ
ਇੱਕ ਥਾਂ ਤੇ ਮਿਲ ਚੁੱਕੇ ਹਨ। ਇਨਕੇ ਦੁੰਦਬ ਬਜੇ ਨਿਰਾਲੀ। ਇਹਨਾਂ ਦੇ ਜਿਹੜੇ ਢੋਲ ਨਗਾਰੇ ਉਹਨਾਂ ਤੁਰਕਾਂ ਦੀ ਫੌਜ ਦੇ ਨਾਲੋਂ ਲਹਿਦਾ ਉਹ ਅਨੰਦਪੁਰ ਦੇ ਨੇੜੇ ਹੋ ਕਰਕੇ ਵੱਜਣ ਲੱਗ ਪਏ ਹਨ। ਨਿਕਸੇ ਪਰਬਤ ਲੈ ਦਲ ਜਾਲੀ। ਪਹਾੜੀ ਰਾਜਿਆਂ ਨੇ ਵੀ ਆਪਣੇ ਕੋਲ ਬਹੁਤ ਸਾਰੀ ਸੈਨਾ ਇਕੱਠੀ ਕਰ ਲਈ ਹੈ। ਜ਼ਬਰਦਸਤ ਕਾਂ ਉਤਰਿਓ ਪਾਰ। ਜਦੋਂ ਜ਼ਬਰਦਸਤ ਖਾਨ ਇਹ ਵੀ ਦਰਿਆ ਭਰ ਕੇ ਪਾਰ ਕਰਕੇ ਅੱਗੇ ਇਹਨੇ ਆਪਣੇ ਡੇਰੇ ਲਗਾਏ ਹਨ। ਸਭ ਲਸ਼ਕਰ ਤਰ ਸਲਤਾ ਬਾਰ। ਸਹਿਜੇ ਸਹਿਜੇ ਆਪਣੀ ਜਿਹੜੀ ਸੈਨਾ ਬੇੜੀਆਂ ਦੇ ਵਿੱਚ ਚੜ੍ਹ ਕੇ ਇਹਨੇ ਪਾਰ ਕਰ ਲਈ ਹੈ। ਦੋਨੋਂ ਸੂਬੇ ਮਿਲ ਇੱਕ ਥਾਈ। ਇਹ ਜਿਹੜੇ ਦੋਵੇਂ ਸੂਬੇ ਹੁਣ ਇੱਕ ਥਾਂ ਤੇ ਇਕੱਤਰ ਹੋ ਗਏ ਹਨ। ਕਰੀ ਸੁਚੇਤ ਚਮੂ ਸਮੁਦਾਈ। ਆਪੋ ਆਪਣੀ ਜਿਹੜੀ ਫੌਜ ਉਹਨੂੰ ਬੜਾ ਸਾਵਧਾਨ ਕਰਨ ਲੱਗ ਪਏ ਹਨ। ਸਭ ਵਿਦ ਕੀ ਮਸਲਤ ਗਿਨ ਕਰਕੇ। ਦੋਵੇਂ ਹੁਣ ਬੈਠ ਕਰਕੇ ਫਿਰ ਆਪਣੀ ਸਲਾਹ ਕਰਨ ਲੱਗ ਪਏ ਵੀ ਕਿਵੇਂ ਆਪਾਂ ਨੇ ਹੱਲਾ ਕਰਨਾ, ਕਿਵੇਂ ਗੁਰੂ ਜੀ ਦੀਆਂ ਫੌਜਾਂ ਨੂੰ ਅੱਗੇ ਹੋ ਕਰਕੇ ਰੋਕਣਾ ਬਣਦਾ ਹੈ। ਗਮਨੇ ਮਗ ਗੱਜ ਬਾਜੀ ਚਰਕੇ। ਸਾਰੇ ਹੀ ਹਾਥੀਆਂ ਔਰ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਆਨੰਦਪੁਰ ਦੇ ਨੇੜੇ ਜਾਣਾ ਚਾਹੁੰਦੇ ਹਨ। ਸ਼੍ਰੀ ਆਨੰਦਪੁਰ ਕੀ ਬਿਲੰਦ ਥਿਰੇ ਦੂਰ ਦੂਰ। ਡਰਦਿਆਂ ਹੋਇਆਂ ਇਹਨਾਂ ਨੇ ਆਪਣੀਆਂ ਫੌਜਾਂ ਦੇ ਜਿਹੜੇ ਤੰਬੂ ਬੜੀ ਦੂਰੀ ਤੇ ਲਗਾ ਦਿੱਤੇ ਸੀ। ਬ੍ਰਿੰਦ ਹੋਈ ਖਾਲਸਾ ਆਨੰਦ ਉਤਸ਼ਾਹਤੀ। ਉਧਰੋਂ ਦੇ ਕਰਕੇ ਬਹੁਤ ਭਾਰੀ ਜਿਹੜੀ ਗਿਣਤੀ ਫੌਜਾਂ ਦੀ ਖਾਲਸੇ ਦੇ ਮਨ ਦੇ ਵਿੱਚ ਵੀ ਬੜਾ ਉਤਸ਼ਾਹ, ਬੜਾ ਵੀਰਸ ਪੈਦਾ ਹੋ ਗਿਆ ਸੀ। ਸੂਰਨ ਕੇ ਲਾਲੀ ਮੁਖ ਅਦਕ ਬਹਾਲੀ ਭਈ। ਜਿਹੜੇ ਨੇ ਨਾ ਯੋਧੇ ਸੂਰਮੇ ਬਹਾਦਰ ਉਹਨਾਂ ਦੇ ਚਿਹਰਿਆਂ ਤੇ ਬੜੀਆਂ ਲਾਲੀਆਂ ਚੜ ਚੁੱਕੀਆਂ ਹਨ। ਧੀਰਜ ਵਿਸਾਲੀ ਨਹਿ ਹਾਲੀ ਗੁਰ ਪਾਹਤੀ। ਸਤਿਗੁਰੂ ਜੀ ਦੇ ਚਰਨਾਂ 'ਚ ਰਹਿਣ ਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਧੀਰਜ ਵੀ ਪੈਦਾ ਹੋ ਚੁੱਕਿਆ ਸੀ। ਪੀਰਨ ਕੋ ਭਇਓ ਪੈ ਛਾਤੀ ਧਰਕਾਤ ਬਹੋ। ਪਰ ਜਿਹੜੇ ਨੇ ਕਈ ਕੈਰ ਬੁਜ਼ਦਲ ਡਰਪੋਕ ਉਹਨਾਂ ਦੀਆਂ ਛਾਤੀਆਂ ਧੜਕਣ ਲੱਗ ਪਈਆਂ ਨੇ ਵੀ ਹੁਣ ਸਾਨੂੰ ਇਹਨਾਂ ਫੌਜਾਂ ਦਾ ਮੁਕਾਬਲਾ ਕਰਨਾ ਪਏਗਾ। ਚਿਹਰਿਆਂ 'ਤੇ ਬੜੀ ਭੀਲਤਣ ਉਹਨਾਂ ਡਰਪੋਕ ਬੁਜ਼ਦਲ ਕਹਿਰਿਆਂ ਦੇ ਪੈਦਾ ਹੋ ਗਈ ਹੈ। ਕੰਪ ਰਹਿਓ ਗਾਤ ਜਾਨਾ ਮ੍ਰਿਤ ਲੀਨ ਗ੍ਰਹਤੀ। ਉਹਨਾਂ ਨੂੰ ਤਾਂ ਇਉਂ ਪ੍ਰਤੀਤ ਹੋਣ ਲੱਗਾ ਵੀ ਜਿਵੇਂ ਹੁਣੇ ਹੀ ਸਾਨੂੰ ਆ ਕਰਕੇ ਮੌਤ ਨੇ ਗਰਸ ਲਿਆ ਹੈ। ਜੂਜਨ ਕੋ ਕੀਓ ਨੇਰ ਚਾਹੇ ਭਟ ਭੇਰ ਪੂਰ। ਸਾਰੀਆਂ ਫੌਜਾਂ ਇੱਕ ਦੂਜੇ ਦੇ ਨੇੜੇ ਹੋ ਕਰਕੇ ਬੜਾ ਮੁਕਾਬਲਾ ਕਰਨਾ ਚਾਹੁੰਦੀਆਂ ਹਨ। ਆਗੇ ਹੋਏ ਗਰੂਰ ਸੂਰ ਮਾਰਨ ਕੋ ਚਾਹਤੀ। ਜਿਹੜੇ ਨੇ ਯੋਧੇ ਸੂਰਮੇ ਫਕਰ ਨੂੰ ਧਾਰਨ ਕਰਨ ਵਾਲੇ ਉਹ ਤੋਂ ਪਹਿਲਾਂ ਹੀ ਅੱਗੇ ਵਧਣ ਦੇ ਲਈ ਜਿਨ੍ਹਾਂ ਨੇ ਆਪਣੇ ਗੁੱਟਾਂ ਦੇ ਉੱਪਰ ਮੌਤ ਦੇ ਗਾਨੇ ਬੰਨੇ ਹੋਏ ਸਨ। ਥੋੜੇ ਜਿਮ ਕੇ ਹਰੀ ਤੇ ਤਰਾਸਮਾਨ ਹੋਈ ਕਰ। ਜਿਵੇਂ ਕਹਿੰਦੇ ਕਿਹੜੀ ਸ਼ਹਿਰ ਨੂੰ ਦੇਖਣ ਦੇ ਨਾਲ ਇਹ ਜਿਹੜੀਆਂ ਮਿਰਗਾਂ ਦੀਆਂ ਡਾਰਾਂ ਕਦੇ ਵੀ ਨੇੜੇ ਨਹੀਂ ਆਇਆ ਕਰਦੀਆਂ ਹਨ। ਭਾਵੇਂ ਹੁਣ ਜਿਤਨੇ ਮਰਜ਼ੀ ਮਿਰਗ ਬਿਆਵਾਨਾਂ 'ਚ ਇਕੱਠੇ ਹੋ ਕੇ, ਪਰ ਸ਼ਹਿਰ ਨੂੰ ਤਾਂ ਦੇਖਣ ਸਾਰ ਸਾਰੇ ਹੀ ਜਿਹੜੇ ਮਿਰਗ ਬੜੇ ਸਹਿਮ ਜਾਂਦੇ ਹਨ। ਹੁਣ ਜਿਸ ਪ੍ਰਕਾਰ ਦੋਵੇਂ ਸੂਬਿਆਂ ਨੇ ਆਨੰਦਪੁਰ ਦੇ ਬਹੁਤ ਨੇੜੇ ਢੁਕਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼
ਅਤੇ ਦਰਸ਼ਨਾਂ ਦੁਆਰਾ ਬੜਾ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਥੋਰੇ ਜਿਮ ਕੇ ਹਰੀ ਤੇ ਤਰਾਸਮਾਨ ਹੋਏ ਕਰ, ਬਨ ਮਿਰਗਾਵਲੀ ਤੇ ਆਏ ਸਮੁਦਾਇ ਹੈ। ਥੋਰੇ ਜਿਮ ਕੇ ਹਰੀ ਤੇ ਤਰਾਸਮਾਨ ਹੋਏ ਕਰ, ਬਨ ਮਿਰਗਾਵਲੀ ਤੇ ਆਏ ਸਮੁਦਾਇ ਹੈ। हे चौथे पार ब्रह्म ਅਬਨਾਸੀ अविनाशी ਅਗਨਾ